मैं जब जैन से ओके जी सर लूट सर नहीं सर कोई इतना दी गल नहीं ਜਿਹੜੀ ਸਾਡੀ ਉਹ ਚੱਲਦੀ ਹੈ ਕਾਲਜ ਵਾਲੀ ਜੀ ਉਹਦੇ ਚ ਮੈਂ ਬਹੁਤ ਜਿਹੜਾ ਹੁੰਦਾ ਨਾ ਡਿਲੇਟ ਗਰੁੱਪ ਆ ਗਿਆ ठीक है सर ਠੀਕ ਹੈ ਮੈਂ ਤੁਹਾਨੂੰ ਕਨਵਿੰਸ ਨਹੀਂ ਹੈਗਾ ਕਿਉਂਕਿ ਪਹਿਲੇ ਦਿਨ ਕਾਲਜ ਵਾਲੇ ਦੀ ਵਰਸ਼ਨ ਇਹ ਹੋਈ ਕਿ ਆਹ ਵੀਡੀਓ ਪਈ ਹੈ ਤੁਹਾਨੂੰ ਵੀਡੀਓ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਦੋਂ ਬਾਅਦ ਕਮੈਂਟਾਂ ਨੂੰ ਪ੍ਰੋਬਲਮ ਮੈਂ ਉਹਨੂੰ ਕਹਿ ਰਿਹਾ ਕਿ ਕਮੈਂਟਾਂ ਨਾਲ ਪ੍ਰੋਬਲਮ ਹੈ ਉਹ ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਨੂੰ ਜਿਹੜੀ ਸਟਾਰ ਆਈਡੀਆ ਦਾ ਪਰਚਾ ਵੀ ਕਰਦੇ ਆ ਉਹ ਮੇਰੀ ਗੱਲ ਤੇ ਨਾ ਹੋਊਗਾ ਜਿਹੜੇ ਬੰਦੇ ਨੇ ਕਮੈਂਟ ਕੀਤਾ ਉਹਦੀ ਸਾਨੂੰ ਤਸਦੀਕ ਕਰਨਾ ਪੈਣਾ ਵੀ ਕਿੰਨੇ ਕਿਹੜੇ ਨੰਬਰ ਤੋਂ ਕਿੱਥੋਂ ਕੀਤਾ ਨਹੀਂ ਕਿਹੜੇ ਨਹੀਂ ठीक है ਹੁਣ ਮੈਂ ਤੁਹਾਨੂੰ ਦੱਸ ਦਿੰਦਾ ਰੈਲਟੀ ਇਹ ਆ ਕਿਉਂਕਿ ਐਸਐਸਪੀ ਸਾਹਿਬ ਦੇ ਨੇੜੇ ਆ ਬੇਰਿੰਗ ਕਾਲਜ ਨਾਲ ਸਕੂਲ ਨਾਲ ਜੁੜੇ ਆ ਤੇ ਜਾਂ ਤਾਂ ਤੁਸੀਂ ਇੱਕ ਵਾਰੀ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਮਿਲੇ ਲੱਗੇ ਕਦੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਵਧੀਆ ਮੇਰੀ ਗੱਲ ਆ ਮੈਂ ਇੱਦਾਂ ਦਾ ਬੰਦਾ ਮੇਰਾ ਨੌਲੇਜ ਹੈ ਕੰਮ ਠੀਕ ਹੈ ਕਿਉਂਕਿ ਦੂਜੇ ਪਾਸੇ ਪੱਕ ਦੱਸਣਾ ਜ਼ਰੂਰੀ ਹੈ ਖਾਸ ਕਰਕੇ ਹੁਣ ਮੈਨੂੰ ਐਸਐਸਪੀ ਸਾਹਿਬ ਕਹਿਣ ਲੱਗਿਆ ਵੀ ਉਹ ਤੋਂ ਰਿਪੋਰਟ ਬਣਾ ਦਿੱਤਾ ਮਰਜੀ ਉਹਨਾਂ ਨੇ ਹੋਰ ਕਈ ਚੀਜ਼ਾਂ ਰੋਜ਼ ਆ ਜਾਂਦੇ ਸਟਾਫ ਕਦੀ ਕਿਸੇ ਵਾਲੇ ਪਾਸਿਓਂ ਬਿਆਨ ਕਦੀ ਕੋਈ ਲੇਡੀਜ਼ ਵਾਲੇ ਕਦੀ ਕੁਛ ਕਮਾ ਪਾ ਕੇ ਵਾਹ ਜਿਵੇਂ ਇੰਨੀ ਮੋਟੀਫਾਈ ਚੁੱਕੀ ਕਰਦੇ ਜਿਵੇਂ ਜੜ੍ਹਾਂ ਦੀ ਪਰੋਲੀ ਜਾਈਦੀ ਉਹ ਲਾ ਲਓ ਕਿ ਬੱਚੇ ਤੱਕ ਦਾ ਉਹਨਾਂ ਨੇ ਸਿਸਟਮ ਜਿਹਾ ਬਣਾ ਦਿੱਤਾ ठीक है ਜੇ ਕੋਈ ਰਿਪੋਰਟ ਬਣੂਗੀ ਸਾਈਨ ਮੇਰੇ ਹੁੰਦੇ ਜਦੋਂ ਸਾਨੂੰ ਕੋਈ ਬੌਸ ਕਹਿੰਦਾ ਉਹਨੂੰ ਉਹਦਾ ਕਰਨਾ ਪੈਂਦਾ ਠੀਕ ਹੈ ਪਰ ਉਹਦੇ ਪਿੱਛੇ ਕਾਰਨ ਉਹ ਵੀ ਹੋਊਗਾ ਕਿ ਉਹ ਉਹਨਾਂ ਦੀ ਗੱਲਬਾਤ ਜਿਹੜੀ ਐਸਐਸਪੀ ਸਾਹਿਬ ਨੂੰ ਉੱਧਰੋਂ ਉਹ ਲਾ ਲਓ ਪ੍ਰੈਸ਼ਰ ਤੇ ਇਹ ਕਿਦਾਂ ਘਰ ਨੂੰ ਕਿਹਾ ਉਹਦੇ ਮੈਨੂੰ ਸਿੱਧਾ ਕਹਿਣ ਲੱਗ ਗਿਆ ਸੀ ਯਾਰ ਤੈਨੂੰ ਮੈਂ ਕਦੋਂ ਦਾ ਕਹਿਣਾ ਰਿਪੋਰਟ ਬਣਾ ਮੈਂ ਉਹਨੂੰ ਬਥੇਰਾ ਮੈਂ ਆਪਣੇ ਨੂੰ ਜਿੰਨਾ ਸਮਝਾ ਸਕਦਾ ਹਾਂ ਆਪਣਾ ਪੱਖ ਮੈਂ ਕਹਿੰਦਾ ਸਰ ਉਹਨਾਂ ਦੀ ਗੱਲ ਇਹੀ ਕੋਈ ਉਹਦਾ ਠੀਕ ਹੈ ਕੋਈ ਗੱਲ ਨਹੀਂ ਹੈਗੀ ਜਿੰਨਾ ਮੈਂ ਆਪਣੀ ਚੀਜ਼ ਕਹਿਣਾ ਬਸ ਹੁਣ ਇਹ ਆ ਕਿ ਫਿਰ ਜਦੋਂ ਬੌਸ ਕਹਿ ਦੇਣਾ ਕਿ ਆਦੀ ਜਿੱਦਾਂ ਕਰਨੀ ਹੈ ਉਦੋਂ ਹੋ ਜਾਂਦੀ ਹੈ देखो सर ਤੁਸੀਂ ਐਜ਼ ਅ ਬ੍ਰਦਰ ਦੀ ਗੱਲ ਕੀਤੀ ਹੈ ਮੈਂ ਵੀ ਐਜ਼ ਅ ਬ੍ਰਦਰ ਦੀ ਗੱਲ ਕਰਦਾ ਪਹਿਲੀ ਚੀਜ਼ ਤਾਂ ਤੁਸੀਂ ਗੱਲ ਨਾ ਕਰਦੇ ਬ੍ਰਦਰਲੀ ਤੇ ਮੈਂ ਤੁਹਾਨੂੰ ਸਿੱਧਾ ਇਹੀ ਕਹਿਣ ਆਇਆ ਸੀਗਾ ਕਿ ਸਰ ਜੇ ਕਹਿਣ ਦਾ ਮਤਲਬ ਉਹਨਾਂ ਨੂੰ ਸਾਡੇ ਤੇ ਬਣਦੀ ਕਾਰਵਾਈ ਨਹੀਂ ਕਰਦੇ ਠੀਕ ਹੈ ਜੀ ਹੁਣ ਕਿਤੇ ਨਾ ਕਿਤੇ ਜਦੋਂ ਤੁਸੀਂ ਬ੍ਰਦਰਲੀ ਗੱਲ ਕੀਤੀ ਹੈ ਨਾ ਹੁਣ ਮੈਂ ਤੁਹਾਨੂੰ ਇਹ ਚੀਜ਼ ਨਹੀਂ ਕਹਿ ਸਕਦਾ ਕਿ ਤੁਸੀਂ ਕਾਰਵਾਈ ਕਰਦੇ ਹੋ ਇਹ ਰਿਕੁਐਸਟ ਕਰ ਸਕਦਾ ਵਾ ਕਿ ਤੁਸੀਂ ਅਗਰ ਜੇ ਪੋਸੀਬਲ ਹੈਗਾ ਠੀਕ ਹੈ ਇਹ ਕਾਰਵਾਈ ਕਿਸੇ ਹੋਰ ਨੂੰ ਦੇ ਕੇ ਤੇ ਕਾਰਵਾਈ ਮੇਰੇ ਤੇ ਕਰਵਾ ਦਿਓ ਦੈਨ ਹਾਈ ਕੋਰਟ ਤੇ ਹੈਗਾ ਹੀ ਆ ਧੱਕੇ ਦੀ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਠੀਕ ਹੈ ਅਸੀਂ ਕਿਹੜਾ ਯਾਨੀ ਕਿ ਕੋਈ ਕ੍ਰਾਈਮ ਕੀਤਾ ਵਾ ਜਾਂ ਕੁਛ ਆ ਜਿਹੜਾ ਸਾਨੂੰ ਡਰ ਲੱਗੇਗਾ ਜੇ ਅਗਰ ਕੁਝ ਗਲਤ ਹੁੰਦਾ ਆ ਜਾਂ ਧੱਕਾ ਹੁੰਦਾ ਆ ਤੇ ਕੋਰਟਾਂ ਦੇ ਬੈਠੇ ਹੀ ਨੇ ਹਾਈ ਕੋਰਟ ਬੈਠੀ ਹੈ ਸੁਪਰੀਮ ਕੋਰਟ ਤੱਕ ਕੋਈ ਦੌੜ ਲਾਵੇ ਕੋਈ ਐਸੀ ਦਿੱਕਤ ਨਹੀਂ ਜੇ ਅਸੀਂ ਸਹੀ ਆ ਕਹਿੰਦੇ ਜ਼ਿੰਦਗੀ ਦੇ ਵਿੱਚ ਸਾਡੇ ਗੁਰੂਆਂ ਨੇ ਸਾਡੇ ਮਾਪਿਆਂ ਨੇ ਇੱਕੋ ਗੱਲ ਸਿਖਾਈ ਹੈ ਇਨਸਾਨ ਆਪਣੀ ਨਿਗਾਹ 'ਚ ਨਹੀਂ ਗਿਰਨਾ ਚਾਹੀਦਾ ਦੁਨੀਆ ਬਥੇਰਾ ਕੁਛ ਕਰਦੀ ਹੈ ਬਾਕੀ ਰਹਿ ਗਈ ਪਰਚੇ ਪੁਰਚੇ ਦੇਖੋ ਸਰ ਜਦੋਂ ਅਸੀਂ ਪੱਤਰਕਾਰੀ ਦੇ ਵਿੱਚ ਆਏ ਆ ਨਾ ਤੇ ਇੱਕ ਚੀਜ਼ ਸੋਚ ਲਈ ਹੈ ਕਿ ਸਾਡਾ ਜਿਹੜਾ ਜੀਵਨ ਹੈ ਨਾ ਲੋਕਾਂ ਲਈ ਸਮਰਪਿਤ ਆ ਇਹ ਚੀਜ਼ਾਂ ਅੱਜ ਹੋ ਰਹੀਆਂ ਨੇ ਇਹ ਚੀਜ਼ਾਂ ਦਾ ਸਾਨੂੰ ਪਤਾ ਹੈ ਅੱਜ ਵੀ ਕੱਲ ਵੀ ਫਿਊਚਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਬਾਕੀ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਕਿ ਕੋਈ ਇਨਸਾਨ ਕਿੰਨਾ ਕੁ ਗਿਰ ਸਕਦਾ ਵਾ ਜਾਂ ਕਿੰਨਾ ਕੁ ਗਲਤ ਕਰ ਸਕਦਾ ਹੈ ਜੇ ਅਗਰ ਤੁਹਾਡੇ ਵੱਲੋਂ ਕਾਰਵਾਈ ਹੁੰਦੀ ਹੈ ਨਾ ਤੇ ਕਿਤੇ ਨਾ ਕਿਤੇ ਮੈਂ ਭਰਾ ਦੇ ਅੱਗੇ ਨਹੀਂ ਖੜ ਸਕਦਾ ਬਾਕੀ ਇੱਕ ਰਿਐਲਿਟੀ ਮੈਂ ਸਾਫ ਦੇ ਅੱਗੇ ਖੜ ਦੂੰਗਾ ਮੈਨੂੰ ਇਹ ਤੁਹਾਨੂੰ ਇਹਦੋਂ ਪਹਿਲਾਂ ਕਿ ਇਹੋ ਜਿਹੀ ਚੀਜ਼ ਕੋਈ ਹੋਵੇ ਵਾਈ ਨੋਟ ਕਿ ਦੁਨੀਆ ਸੰਦੀ ਨਾਲ ਕਦੇ ਮਿਲੋ ਉਹਨਾਂ ਨੂੰ ਬਹੁਤ ਸਾਰਾ ਆ ਗੱਲ ਆ ਤੁਸੀਂ ਸੌਰੀ ਮੈਂ ਉਹਨਾਂ ਨੂੰ ਮਿਲਾਂਗਾ ਮੈਂ ਇਸ ਚੀਜ਼ ਦਾ ਸਵਾਗਤ ਕਰਾਂਗਾ ਮੇਰੇ ਤੇ ਪਰਚਾ ਹੋ ਗਿਆ ਕੋਈ ਦਿੱਕਤ ਨਹੀਂ ਹੈ भाई सर मैं गलत नहीं है पर्चा हो जाएगा कोई गल नहीं है जेल भी कट लवांगे कोर्ट बैठा है ऑपरेशन करावांगे देन उस तो बाद लड़ांगे साडी लड़ाइयां बहुत लंबी चलनी है बटाले ਦੇ ਵਿੱਚ ਸਰ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਰਿਐਲਿਟੀ ਹੈ ਮੈਨੂੰ ਬਟਾਲਾ ਯਾਨੀ ਕਿ ਮਾਈਂਡ ਨਾ ਕਰਿਓ ਮੈਂ ਤੁਹਾਡੇ ਬਾਰੇ ਨਹੀਂ ਗੱਲ ਕਰ ਰਿਹਾ ਲੇਕਿਨ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਮੈਨੂੰ ਵਿਸ਼ਵਾਸ ਨਹੀਂ ਹੈ ਅਦਰਵਾਈਜ਼ ਅੱਜ ਜੇ ਅਗਰ ਸਹੀ ਢੰਗ ਦੇ ਨਾਲ ਮੇਰਾ ਸਾਥ ਦੇਣ ਕਰੋੜਾਂ ਰੁਪਏ ਦਾ ਨਸ਼ਾ ਪਕੜਾ ਸਕਦੇ ਨੇ ਸਾਨੂੰ ਕਈ ਕੰਪਲੇਂਟਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਇੱਥੇ ਨਸ਼ਾ ਵਿਕਦਾ ਪਿੰਡ ਵਾਲੇ ਕੰਪਲੇਂਟਾਂ ਕਰਦੇ ਨੇ ਐਸਐਚਓ ਦੀ ਕਾਰਵਾਈ ਨਹੀਂ ਕਰਦੇ ਬਹੁਤ ਵੱਡੇ ਸੈਕਸ ਸਕੈਂਡਲ ਬਟਾਲੇ ਦੇ ਵਿੱਚ ਚੱਲ ਰਹੇ ਨੇ ਇੱਕ ਘਰ ਦੇ ਵਿੱਚ 10-10 ਲੜਕੀਆਂ ਨੇ ਜਿਹੜੀਆਂ ਕਿ ਪੈਸੇ ਦੇ ਵਿਕਦੀਆਂ ਨੇ ਸਾਡੇ ਕੋਲ ਐਵੀਡੈਂਸ ਪਏ ਆ ਸਾਨੂੰ ਪਤਾ ਹੈ ਹੁਣ ਕੁਝ ਨਹੀਂ ਹੈ ਜਦੋਂ ਕਰਾਵਾਂਗੇ ਐਸਟੀਐਫ ਥਰੂ ਜਾਂ ਉੱਪਰਲੇ ਲੈਵਲ ਤੋਂ ਕਰਾਵਾਂਗੇ ਇਧਰੋਂ ਕੁਝ ਨਹੀਂ ਹੋਣਾ ਹੁਣ ਦੱਸੋ ਸਰ ਮੈਨੂੰ ਤਾਂ ਇਹ ਸ਼ੇਅਰ ਨਹੀਂ ਕੀਤੀ ਸਾਡਾ ਦੇ ਲੱਭਦੇ ਇਨਫੋਰਮੇਸ਼ਨ ਇਹਨੇ
ਸਰ ਪਤਾ ਕੀ ਦੇਖੋ, ਤੁਸੀਂ ਕਰ ਲਓਗੇ ਲੇਕਿਨ ਤੁਹਾਡੇ ਅੱਗੇ ਸਾਫ ਵੀ ਛੱਡ ਦਿਓਗੇ, ਉੱਥੇ ਤੁਸੀਂ ਕੀ ਕਰ ਲਓਗੇ? ਇੱਕ ਰਿਐਲਿਟੀ ਹੈ। ਇੱਧਰ ਮੈਂ ਤੁਹਾਨੂੰ ਦੱਸਦਾ DSP ਲੈਵਲ ਦੇ, ਯਾਨੀ ਕਿ ਦੇਖੋ ਚਲੋ ਸਾਨੂੰ ਪਸੰਦ ਨਹੀਂ ਕਰਦੇ, ਸਾਨੂੰ ਪਤਾ ਹੈ, ਲੇਕਿਨ ਕੁਝ ਭਰਾ ਐਸੇ ਵੀ ਆ DSP ਲੈਵਲ ਦੇ ਦੱਸ ਦਿੰਦੇ ਆ ਜਿਹੜੇ ਆਪ ਕਹਿੰਦੇ ਸਰ ਆਪਣੇ 2 ਮਹੀਨੇ ਹੋ ਗਏ ਆ, ਫਾਈਲਾਂ ਭੇਜੀਆਂ ਹੋਈਆਂ, FIR ਰਿਕਮੈਂਡ ਕੀਤੀ ਹੋਈ ਆ, ਸਾਫ ਦੇ ਉਧਰ ਪਈਆਂ ਹੋਈਆਂ ਨੇ, ਅੱਗੋਂ ਯਾਨੀ ਕਿ ਰੁਕਦੀਆਂ ਹੋਈਆਂ ਨੇ। ਸਰ ਇੱਥੇ ਸਿਸਟਮ ਦੇ ਵਿੱਚ ਕੀ ਹੋ ਰਿਹਾ ਹਰ ਇੱਕ ਚੀਜ਼ ਦਾ ਪਤਾ। ਪਰਮਾਤਮਾ ਤੋਂ ਡਰ ਕੇ ਕਹਿੰਦਾ ਜਿਸ ਦਿਨ ਮੇਰੇ ਨਾਲ ਧੱਕਾ ਹੋ ਗਿਆ ਨਾ, ਜਿਸ ਦਿਨ ਮੇਰੇ ਨਾਲ ਧੱਕਾ ਹੋ ਗਿਆ, ਇੱਕ ਵਾਰੀ ਸਿਸਟਮ ਹਿਲਾ ਕੇ ਰੱਖ ਦਿਆਂਗੇ ਜਿੰਨੇ ਦੇ ਜਿਹੜਾ ਸਿਸਟਮ ਆ ਨਾ ਜੀ, ਪੁਲਿਸ ਦਾ ਲਾ ਲਓ, ਸਿਵਲ ਦਾ ਲਾ ਲਓ, ਹਸਪਤਾਲ ਦਾ ਲਾ ਲਓ, ਜੀ ਪਰਫੈਕਟ ਨਹੀਂ ਹੈਗਾ। ਬਿਲਕੁਲ ਇੱਕ ਵੇਖੋ ਹਸਪਤਾਲ ਦੇ ਵਿੱਚ ਆਪਣਾ ਡਾਕਟਰ ਜਾਣਦਾ ਹੋਵੇ, ਜਾਣਦਾ ਹੋਵੇ ਤਾਂ ਆਪਣੀ ਕਈ ਵਾਰੀ ਆਊਟ ਆਫ ਦਾ ਟਰਮੀਨਲ 10 ਦਿਨ ਦੇ ਕੱਢ ਕੇ ਵੀ ਆ ਜਾਂਦੇ। ਬਿਲਕੁਲ ਜੇ ਨਹੀਂ ਆ ਤਾਂ ਫਿਰ ਆਪਾਂ ਦੇਖਦੇ ਵੀ ਬਿਲਕੁਲ ਠੀਕ ਹੈ, ਇਹਨਾਂ ਦੀ ਚੀਜ਼ਾਂ ਹਰ ਜਗ੍ਹਾ ਹੈਗੀਆਂ ਕਮੀ ਵਿੱਚ। ਬਿਲਕੁਲ ਉਹੋ ਜਿਹੀ ਚੀਜ਼ ਆਪਾਂ ਕਿਉਂ ਕਰਨੀ ਹੈ ਕਿ ਆਪਣੀ ਲਾਈਫ ਨੂੰ ਕੱਲ ਨੂੰ ਕੋਈ ਦਿੱਕਤ ਆ। ਸੌਖਾ ਨਹੀਂ ਹੁੰਦਾ ਇੱਕ ਬੰਦੇ ਦਾ ਰਿਕਾਰਡ ਖਰਾਬ ਹੋ ਜਾਂਦਾ। ਹਾਈ ਕੋਰਟ ਰੋਜ਼ ਵੇਖੋ ਬੜੀਆਂ ਰਿਟਾਂ ਪੈਂਦੀਆਂ, SSP ਤੇ ਪੈਂਦੀਆਂ, ਬਾਈ ਨੇ ਪੈਂਦੀਆਂ, ਜਵਾਬ ਬਣਦੇ ਆ, ਚੱਲਦੇ ਰਹਿੰਦਾ। ਉਹਦੇ ਚ ਅਲਟੀਮੇਟਲੀ ਕੀ ਹੁੰਦਾ, ਇਨਵੈਸਟੀਗੇਸ਼ਨ ਦਾ ਜਿਹੜਾ ਹੁੰਦਾ ਨਾ ਉਹ ਪ੍ਰੈਰੋਗੇਟਿਵ ਉਹ ਪੁਲਿਸ ਦਾ ਹੁੰਦਾ ਕਿ ਠੀਕ ਹੈ ਜੀ ਪੁਲਿਸ ਸਾਹਮਣੇ ਆ ਗੱਲ ਆਈ, ਜੇ ਠੀਕ ਆ ਤੇ ਠੀਕ ਆ, ਨਹੀਂ ਤਾਂ ਫਿਰ ਪਰਚਾ ਕੈਂਸਲ ਵੀ ਹੋ ਜਾਂਦਾ। ਉਹ ਰੋਜ਼ ਦਾ ਕੰਮ ਰੂਟੀਨ ਦਾ, ਪੁਲਿਸ ਨੂੰ ਤਾਂ ਦਿੱਕਤ ਨਹੀਂ ਹੁੰਦੀ ਅਗਰ ਰੂਟੀਨ ਦਾ ਹਾਈ ਕੋਰਟ ਉਹਨਾਂ ਨੇ ਜਾਣਾ ਵਾ, ਆ ਜਾਣਾ ਵਾ। ਅੱਜ ਕੱਲ੍ਹ ਤਾਂ ਹੁੰਦੀ ਵੀ VC ਰਾਹੀਂ ਹੈ ਸਾਰੀ। ਬਿਲਕੁਲ ਬਿਲਕੁਲ ਇਹੋ ਜਿਹੀ ਚੀਜ਼ ਆਪਾਂ ਕਿਉਂ ਇਦਾਂ ਕਰਕੇ ਕਰਨ ਦੇਣੀ ਹੈ? ਆਪਾਂ ਇੱਕ ਵਾਰੀ ਐਸਐਸਪੀ ਸਾਹਿਬ ਨੂੰ ਮਿਲ ਕੇ ਤਾਂ ਕਿਉਂ ਨਹੀਂ ਕਹਿੰਦੇ? ਚਾਹੇ ਉਹਨਾਂ ਨੂੰ ਮੇਰੇ ਨੂੰ ਕਹਿ ਦਿਓ, ਥੋੜਾ DSP ਦਾ ਪਤਾ ਨਹੀਂ ਕਿੱਦਾਂ ਦਾ, ਉਹ ਫਿਰ ਮੈਨੂੰ ਲੱਗਦਾ ਕਾਲਜ ਵਾਲਿਆਂ ਦੇ ਹੱਕ ਦੀ ਰਿਪੋਰਟ ਬਣਾਈ ਜਾਂਦਾ, ਸਰ ਸਾਨੂੰ ਤੁਹਾਡੇ ਤੋਂ ਆਹ ਚੀਜ਼ ਚਾਹੀਦੀ। ਸਰ ਇਹ ਚੀਜ਼ ਤੁਸੀਂ ਅੱਜ ਕਰਦੇ ਨਹੀਂ ਹੋ ਨਾ, ਠੀਕ ਹੈ, ਇੱਕ ਰਿਐਲਿਟੀ ਦੱਸਦਾ ਹੈ। ਇਹ ਚੀਜ਼ ਮੈਨੂੰ ਪਹਿਲੇ ਤੋਂ ਪਤਾ, SSP ਸਾਹਿਬ ਉੱਥੇ ਪੜ੍ਹੇ ਹੋਏ ਆ, ਠੀਕ ਹੈ, ਉੱਥੇ ਪੜ੍ਹੇ ਹੋਏ ਆ। ਇਹ ਚੀਜ਼ ਮੇਰੇ ਤੇ ਹੁਣ ਮੈਨੂੰ ਪਤਾ ਹੈ। ਇਹ ਅੱਜ ਤੋਂ ਨਹੀਂ, ਜਦੋਂ ਮੈਂ ਪਟਵਾਰੀ ਵਾਲਾ ਮੈਟਰ ਚੱਕਿਆ ਸੀਗਾ ਨਾ, ਉਹਦੇ ਨਾਲ ਕੋਈ ਬਣਨਾ ਚਾਹੀਦਾ ਸੀਗਾ ਮੇਰੇ ਤੇ FIR ਕਰਨ ਦਾ, ਸੋ ਕਿਤੇ ਨਾ ਕਿਤੇ ਬਣਨਾ ਮਿਲ ਗਿਆ, ਠੀਕ ਹੈ। ਸੋ ਬਹਾਨਾ ਬੜਾ ਵਾਜਬ ਨਹੀਂ ਹੈਗਾ। ਬਿਲਕੁਲ ਬਿਲਕੁਲ ਕੁਝ ਬਣਦੀ ਨਹੀਂ। ਪਰ ਹੁਣ ਇਹ ਨੂੰ ਜੇ ਸਾਨੂੰ ਮੈਨੂੰ ਮੈਂ ਜਦੋਂ ਦਫ਼ਤਰ ਜਾਂਦਾ ਉਹਨੂੰ ਜਦੋਂ ਚੇਤਾ ਆਉਂਦਾ ਜਾਂ ਕੋਈ ਲਾਗੂ ਮੈਨੂੰ ਕੋਈ ਰੀਟਰ ਜਾਂ ਕੋਈ ਚੇਤਾ ਲਗਾਉਂਦਾ ਉਹਦੇ ਤੋਂ ਬਣਾਈ ਨਹੀਂ, ਉਹ ਬਣਾਉਂਦੇ ਉਹ ਬਣਾਉਣਾ ਜਾਂ ਕੋਈ ਬਣਾਉਣਾ ਉਹ ਫਿਰ ਉਸ ਤੋਂ ਕੀ ਕਰ ਸਕਦਾ। ਜੇ ਕੋਈ ਬੰਦਾ ਕਿਹਨੂੰ ਕਹਿੰਦਾ ਕਿ ਨਹੀਂ ਕੁਛ ਨਹੀਂ ਬਣਦਾ, ਤੂੰ ਫਿਰ ਉਹ ਹੁੰਦੇ ਵੀ ਲੈ ਯਾਰ ਇਹੋ ਜਿਹੀ ਗੱਲ ਦੀ ਤੁਸੀਂ ਬੋਲ ਸਕੇ ਕੁਝ ਬਣਿਆ ਨਾ, ਜੇ ਬਣਾਉਣਾ ਹੋਵੇ ਤਾਂ ਤੁਸੀਂ ਬਣਾਉਣਾ ਚਾਹੁੰਦੇ ਨਹੀਂ ਜਾਂਦੇ। ਉਹ ਕਿੰਨਾ ਦੂਜਾ ਹੋ ਜਾਂਦਾ ਉਹਨਾਂ ਰਿਲੇਸ਼ਨ ਸੋਰ ਹੋ ਜਾਂਦਾ। ਵੈਸੇ ਦੇਖੋ ਮੇਰਾ ਤੇ ਨਹੀਂ ਮਨ ਮੰਨਦਾ, ਬਾਕੀ ਸੀਨੀਅਰ ਮੇਰੇ ਬਾਹਰ ਹੈ ਵੀ ਕਹਿੰਦੇ ਬੁਲਾ ਲੈਣਾ, ਕੋਈ ਇੱਦਾਂ ਦੀ ਗੱਲ ਨਹੀਂ, ਉਹ ਇੱਕੋ ਹੀ ਗੱਲ ਹੈ। ਬਾਕੀ ਨਹੀਂ ਮੈਂ ਤਾਂ ਨਹੀਂ, ਮੈਂ ਕਿਹਾ 2-3 ਬੰਦਿਆਂ ਨੂੰ ਤੁਸੀਂ ਗੱਲ ਹੋਰ ਹੁੰਦੀ ਹੈ, ਇੱਕ ਬੰਦਾ ਆਪਣਾ ਠੰਡੇ ਦਿਮਾਗ ਨਾਲ ਬੋਲ ਕੇ ਕਰ ਲੈਂਦਾ ਗੱਲ ਹੋਰ, 2-3 ਬੰਦਿਆਂ ਦੇ ਅਲੱਗ-ਅਲੱਗ ਰਿਐਕਸ਼ਨ ਹੁੰਦੇ। ਬਿਲਕੁਲ ਬਿਲਕੁਲ ਸਰ ਮੇਰੇ ਖਿਆਲ ਨਾਲ ਤੁਸੀਂ ਕਰੋ ਜੋ ਸਾਹਿਬ ਕਹਿੰਦੇ, ਕਿਉਂਕਿ ਕਰਨਾ ਪਏਗਾ। ਕਿਤੇ ਫਿਊਚਰ ਵਿੱਚ ਮੇਰੇ ਅੱਗੇ ਵੀ ਇਹੋ ਜਿਹਾ ਟਾਈਮ ਆਉਂਦਾ, ਮੇਰੇ ਸੀਨੀਅਰ ਕਹਿੰਦੇ ਕਿ ਇਹ ਚੀਜ਼ ਕਰੋ, ਮੈਨੂੰ ਕਰਨਾ ਪਏਗਾ। ਬਾਕੀ ਰਹੀ ਗੱਲ, ਮੈਨੂੰ ਪਤਾ ਹੈ SSP ਸਾਹਿਬ ਹੋਰਾਂ ਨੂੰ ਮਿਲਣ ਦਾ ਮੇਰੇ ਕੋਈ ਫਾਇਦਾ ਨਹੀਂ ਹੈ। ਇਸ ਚੀਜ਼ ਦਾ ਰਿਐਲਿਟੀ ਫੈਕਟ ਸਾਨੂੰ ਪਤਾ ਹੈ, ਕੋਈ ਫਾਇਦਾ ਨਹੀਂ ਹੈ। ਬਾਕੀ ਇਹ ਕਹਿੰਦੇ ਭਰਾ ਦੇ ਕਹਿੰਦੇ ਮੈਂ ਮਿਲ ਵੀ ਲੈਣਾ, ਮਿਲਣਾ ਚਾਹੀਦਾ। ਪਤਾ ਕਿਉਂ? ਚਾਹੇ ਇਹ ਵੀ 2-3 ਬੰਦੇ ਲੈ ਕੇ ਜਾਓ, ਚਾਹੇ ਉਹਨੂੰ ਕੱਲ੍ਹ ਕਹੋ ਕਿ ਸਰ ਆਹ ਗੱਲ ਆ ਜੀ, ਮੈਂ ਮਿਹਨਤ ਕਰਕੇ ਬਣਿਆ, ਮੈਂ ਪਹਿਲਾਂ ਆਹ ਕੰਮ ਨਹੀਂ ਕਰਦਾ ਰਿਹਾ, ਹੁਣ ਮੈਂ ਆਹ ਕੰਮ ਜੇ ਕਰ ਰਿਹਾ। ਲੋਕੀ ਦੇ ਮੱਚਦੇ ਹੁੰਦੇ ਆ, ਮੈਨੂੰ ਜਾਂ ਦੱਸੋ ਮੈਂ ਸਕੂਲੇ ਜਾ ਕੇ ਕਿਹੜੀਆਂ ਲੇਡੀਜ਼ ਨਾਲ ਕੋਈ ਬਾਤ ਨਹੀਂ, ਕੁਝ ਵੀ ਕੀਤਾ ਜਾਂ ਮੇਰੇ ਸਾਹਮਣੇ ਸੌਂ ਖਾ ਲਿਆ, ਕੁਝ ਵੀ ਜਿੱਦਾਂ ਦੀ ਚੀਜ਼ ਹੈਗੀ ਹੈ ਤੇ ਮੈਨੂੰ ਦੱਸੋ, ਮੈਂ ਹਮੇਸ਼ਾ ਕਾਰਵਾਈ ਕਰਦਾ। ਮੈਨੂੰ ਤੁਹਾਡੇ ਤੋਂ ਨਿਆਂ ਦੀ ਦਿੱਕਤ ਹੈ, ਇੰਨੀ ਗੱਲ ਜੇ ਤੁਹਾਨੂੰ ਪਤਾ ਮੇਰੇ ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਨਾਲ। ਮੈਂ ਕਮਲਦੀਪ ਸਿੰਘ। ਤੁਸੀਂ ਦੇਖਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨਿੱਜੀ ਸਕੂਲ ਜਿਹੜੇ ਨੇ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਰਹੇ ਨੇ। ਨਿੱਜੀ ਸਕੂਲ ਚਾਹੇ ਕਿਸੇ ਬੱਚੇ ਦੀ ਐਡਮਿਸ਼ਨ ਨੂੰ ਲੈ ਕੇ ਹੋਵੇ, ਚਾਹੇ ਸਕੂਲ ਚੋਂ ਕੱਢਣ ਨੂੰ ਲੈ ਕੇ ਹੋਵੇ, ਚਾਹੇ ਆਨਲਾਈਨ ਕਲਾਸਾਂ ਦੀ ਗੱਲ ਕਰੀਏ, ਚਾਹੇ ਕਿਸੇ ਵੀ ਵਿਸ਼ੇ ਦੀ ਗੱਲ ਕਰੀਏ, ਤਾਂ ਨਿੱਜੀ ਸਕੂਲ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਸੁਰਖੀਆਂ ਬਣੇ ਹੋਏ ਨੇ। ਹਰ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਚਾਹੇ ਉਹ ਕੋਈ ਫੇਸਬੁੱਕ ਤੇ ਖੁਦ ਪਰਸਨਲ ਮਾਂ-ਬਾਪ ਗੱਲ ਕਰਦੇ। ਪਰ ਅੱਜ ਅਸੀਂ ਉਹ ਮਾਮਲਾ ਲੈ ਕੇ ਆਏ ਕਿ ਅੱਜ ਮਾਂ-ਬਾਪ ਨਾਲ ਜੁੜਿਆ ਹੋਇਆ ਮਾਮਲਾ ਜ਼ਰੂਰ ਹੈ, ਪਰ ਇਹਦਾ ਮਾਮਲਾ ਜਿਹੜਾ ਵਾ ਉਹ ਦਰਜ ਇੱਕ ਪੱਤਰਕਾਰ ਤੇ ਹੋਇਆ। ਉਸ ਪੱਤਰਕਾਰ ਤੇ ਜਿਨੇ ਇੱਕ ਉਸ ਦੁਖਿਆਰੀ ਮਾਂ ਦੀ ਆਵਾਜ਼ ਚੁੱਕੀ। ਦੁਖਿਆਰੀ ਮਾਂ ਦਾ ਦੁੱਖ ਸੀਗਾ ਕਿ ਉਹ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਸੀ, ਫੀਸ ਅਫੋਰਡ ਨਹੀਂ ਕਰ ਸਕਦੀ ਸੀ। ਕਰੋਨਾ ਕਾਲ ਕਰਕੇ ਜਿਹੜਾ ਕਰੋਨਾ ਨੇ ਲੱਕ ਤੋੜਿਆ, ਉਹਦੇ ਵਿੱਚ ਫੀਸ ਨਹੀਂ ਦੇ ਸਕਦੀ ਸੀ। ਉਹਨੇ ਸਕੂਲ ਨੂੰ ਬੇਨਤੀ ਕੀਤੀ ਕਿ ਮੈਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚੋਂ ਕੱਢ ਕੇ ਕਿਸੇ ਦੂਸਰੇ ਸਕੂਲ ਦੇ ਵਿੱਚ ਦਾਖਲ ਕਰਨਾ ਚਾਹੁੰਦੀ ਤੇ ਮੈਨੂੰ ਟ੍ਰਾਂਸਫਰ ਸਰਟੀਫਿਕੇਟ ਦਿੱਤਾ ਜਾਵੇ। ਪਰ ਸਕੂਲ ਨੇ
ਟਰਾਂਸਫਰ ਸਰਟੀਫਿਕੇਟ ਦੇਣ ਦੇ ਨਾਮ ਤੇ ਵੀ ਉਹਨਾਂ ਨਾਲ ਧੋਖਾ ਕੀਤਾ ਤੇ ਟਰਾਂਸਫਰ ਸਰਟੀਫਿਕੇਟ ਦੇ ਵਿੱਚ ਬੱਚੇ ਨੂੰ ਐਬਸੈਂਟ ਦਿਖਾਇਆ ਗਿਆ। ਸੋ ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰ ਵੀਰ ਨੇ ਸਾਡੇ ਮਦਦ ਕੀਤੀ ਉਸ ਦੁਖਿਆਰੀ ਮਾਂ ਦੀ, ਉਹ ਖਬਰ ਚੱਲੀ ਤੇ ਖਬਰ ਚੱਲਣ ਤੋਂ ਬਾਅਦ ਵਿੱਚ ਉਸੇ ਹੀ ਨਿੱਜੀ ਸਕੂਲ ਦੇ ਨਾਲ ਸੰਬੰਧਿਤ ਸੇਮ ਕਾਲਜ ਦੇ ਵਿੱਚ ਪੜ੍ਹੇ ਹੋਏ ਐਸਐਸਪੀ ਜਿਹੜੇ ਸੀਗੇ, ਸੋ ਉਹਨਾਂ ਨੇ ਆਪਣੀ ਪਹੁੰਚ ਦਾ ਪੂਰਾ ਫਾਇਦਾ ਲੈਂਦਿਆਂ ਹੋਇਆਂ, ਆਪਣੀ ਪੋਸਟ ਦਾ ਫਾਇਦਾ ਲੈਂਦਿਆਂ ਹੋਇਆਂ ਉਸ ਪੱਤਰਕਾਰ ਦੇ ਉੱਤੇ 384 506 ਵਰਗੀ ਧਾਰਾ ਲਗਾ ਦਿੱਤੀ ਗਈ। ਸੋ ਅੱਜ ਸਾਡੇ ਨਾਲ ਉਹ ਪੱਤਰਕਾਰ ਮੌਜੂਦ ਨੇ। ਇਹ ਧਾਰਾ ਲਗਾ ਕੇ FIR ਜਿਹੜੀ ਆ 6/1/2021 ਨੂੰ ਦਰਜ ਹੋਈ ਹੈ। ਸੋ ਪੱਤਰਕਾਰ ਜਿਹੜੇ ਨੇ ਉਹ ਅੱਜ ਸਾਡੇ ਨਾਲ ਮੌਜੂਦ ਨੇ, ਕਿਉਂਕਿ ਅਸੀਂ ਵੀ ਪੱਤਰਕਾਰਤਾ ਕਰ ਰਹੇ ਹਾਂ ਤੇ ਇਹ ਵੀ ਪੱਤਰਕਾਰ ਨੇ, ਪਰ ਪੱਤਰਕਾਰ ਦਾ ਦੁੱਖ ਪੱਤਰਕਾਰ ਹੀ ਹਮੇਸ਼ਾ ਸਮਝ ਸਕਦੇ ਨੇ। ਸੋ ਅਸੀਂ ਜਗ ਜ਼ਾਹਰ ਕਰਨਾ ਚਾਹੁੰਦੇ ਹਾਂ ਉਸ ਵਕਤ ਮਾਮਲਾ ਕੀ ਹੋਇਆ। ਸੋ ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਰਮੇਸ਼ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਵੀ ਇਹ ਘਟਨਾਕ੍ਰਮ ਕਿੱਥੋਂ ਸ਼ੁਰੂ ਹੋਇਆ ਤੇ ਕੀ ਗੱਲਬਾਤ ਸੀ, ਤੇ ਤਾਂ ਕਿ ਅਸੀਂ ਦਰਸ਼ਕਾਂ ਤੱਕ ਪਹੁੰਚਾ ਸਕੀਏ। ਸਭ ਤੋਂ ਪਹਿਲੇ ਤਾਂ ਮੈਂ ਨੈਸ਼ਨਲ ਪੋਸਟ ਦਾ ਧੰਨਵਾਦ ਕਰਾਂਗਾ, ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ ਸਾਡੇ ਨਾਲ ਖੜੇ ਨੇ। ਕਮਲਦੀਪ ਜੀ, ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ। ਕਮਲਦੀਪ ਜੀ, ਬੇਸਿਕ ਦੇ ਵਿੱਚ ਇਹ ਮਾਮਲਾ ਸੀਗਾ ਜਦੋਂ ਇੱਕ ਦੁਖਿਆਰੀ ਮਾਂ ਦਾ ਮੈਨੂੰ ਫੋਨ ਆਇਆ ਕਿ ਸਾਡੇ ਬੱਚੇ ਨਾਲ ਬਹੁਤ ਜ਼ਿਆਦਾ ਸਕੂਲ ਵੱਲੋਂ ਧੱਕਾ ਹੋ ਰਿਹਾ ਤੇ ਤੁਸੀਂ ਆ ਕੇ ਇਸ ਚੀਜ਼ ਨੂੰ ਕਵਰ ਕਰਕੇ ਔਰ ਪਬਲਿਕ ਦੇ ਸਾਹਮਣੇ ਔਰ ਪ੍ਰਸ਼ਾਸਨ ਦੇ ਸਾਹਮਣੇ ਲਿਆਓ। ਔਰ ਉਸ ਚੀਜ਼ ਦਾ ਉਸ ਸਾਹਮਣੇ ਸੱਚ ਲਿਆਉਣ ਦਾ ਮੈਨੂੰ ਬਹੁਤ ਵੱਡਾ ਇੱਕ ਇਨਾਮ ਮਿਲਿਆ। ਦੁੱਖ ਇਸ ਚੀਜ਼ ਦਾ ਨਹੀਂ ਹੈ ਕਿ ਮੇਰੇ ਤੇ ਇੱਕ ਝੂਠੀ FIR ਹੋਈ ਹੈ, ਕਿਉਂਕਿ ਅਕਸਰ ਜਦੋਂ ਵੀ ਸੱਚ ਦੀ ਆਵਾਜ਼ ਉਠਾਈ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਇਨਾਮ ਦੇ ਵਿੱਚ ਝੂਠੀਆਂ FIRs ਜਾਂ ਫਿਰ ਧੱਕਾ ਹੀ ਹੁੰਦਾ ਹੈ। ਦੁੱਖ ਇਸ ਚੀਜ਼ ਦਾ ਹੈ, ਮੇਰੇ ਨਾਲ ਸਕੂਲ ਦੇ ਨਾਲ ਧੱਕਾ ਕਰਨ ਵਾਲੀ ਜਿਹੜੀ ਉਹ ਬਟਾਲਾ ਪੁਲਿਸ ਹੈ। ਜਿਸ ਦਿਨ ਇਹ ਘਟਨਾਕ੍ਰਮ ਵਾਪਰਿਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕਿਹਨੇ ਤੁਹਾਨੂੰ ਧਮਕਾਇਆ ਤਾਂ ਕੀ ਹੋਇਆ ਘਟਨਾਕ੍ਰਮ? ਇਸ ਮਾਮਲੇ ਦੇ ਵਿੱਚ ਕਮਲਦੀਪ ਜੀ, ਮੈਂ ਦੱਸਣਾ ਚਾਹਾਂਗਾ ਕਿ ਬੇਸਿਕ ਦੇ ਵਿੱਚ ਜਦੋਂ ਇਹ ਕੰਮ ਸ਼ੁਰੂ ਹੋਇਆ, ਸਭ ਤੋਂ ਪਹਿਲੇ ਮੈਨੂੰ ਬਹੁਤ ਜ਼ਿਆਦਾ ਜ਼ੋਰ ਲਗਾਇਆ ਗਿਆ ਕਿ ਉਸ ਨਿਊਜ਼ ਨੂੰ ਡਿਲੀਟ ਕੀਤਾ ਜਾਵੇ, ਕਿਉਂਕਿ ਉਸ ਨਿਊਜ਼ ਦੇ ਵਿੱਚ ਸੱਚ ਸੀਗਾ ਔਰ ਸੱਚ ਅਸੀਂ ਦੁਨੀਆ ਦੇ ਸਾਹਮਣੇ ਲਿਆਂਦਾ ਸੀ। ਕਿਤੇ ਨਾ ਕਿਤੇ ਜਿਹੜੀ ਮੈਨੇਜਮੈਂਟ ਟੀਮ ਨੂੰ ਇਹ ਲੱਗ ਰਿਹਾ ਸੀ ਕਿ ਉਸ ਸੱਚ ਦੇ ਨਾਲ ਮੈਨੇਜਮੈਂਟ ਨੂੰ ਵੀ ਫਰਕ ਪੈ ਰਿਹਾ ਸੀਗਾ ਔਰ ਕਿਤੇ ਨਾ ਕਿਤੇ ਸਕੂਲ ਨੂੰ ਵੀ ਫਰਕ ਪੈ ਰਿਹਾ ਸੀ। ਮੇਰੇ ਤੇ ਕਾਫੀ ਜ਼ਿਆਦਾ ਦਬਾਅ ਬਣਾਇਆ ਗਿਆ ਕਿ ਉਸ ਨਿਊਜ਼ ਨੂੰ ਡਿਲੀਟ ਕੀਤਾ ਜਾਵੇ, ਬਟ ਜਿਹੜੀ ਸਾਡੀ ਨਿਊਜ਼ ਹੁੰਦੀ ਜਦੋਂ ਇਹ ਪਬਲਿਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਕੋਈ ਅਧਿਕਾਰ ਨਹੀਂ ਰਹਿੰਦਾ ਉਸ ਨਿਊਜ਼ ਨੂੰ ਡਿਲੀਟ ਕਰਨ ਦਾ, ਕਿਉਂਕਿ ਉਹ ਇੱਕ ਪਬਲਿਕ ਪ੍ਰਾਪਰਟੀ ਬਣ ਜਾਂਦੀ ਹੈ। ਬਿਲਕੁਲ ਰਮੇਸ਼ ਜੀ, ਮੈਂ ਜਾਣਨਾ ਚਾਹੂੰਗਾ ਵੀ ਉਸ ਨਿੱਜੀ ਸਕੂਲ ਦਾ ਕੀ ਨਾਮ ਸੀ? ਸੋ ਮੈਨੇਜਮੈਂਟ ਨੇ ਤੁਹਾਡੇ ਤੇ ਕੀ ਦਬਾਅ ਬਣਾਇਆ ਸੀ? ਉਸ ਨਿੱਜੀ ਸਕੂਲ ਦਾ ਨਾਮ ਸੀਗਾ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਿਸ ਦੇ ਪ੍ਰਿੰਸੀਪਲ ਡਾਕਟਰ ਰਾਜਮ ਚੌਧਰੀ ਨੇ। ਔਰ ਜਦੋਂ ਮੈਂ ਨਿਊਜ਼ ਕਵਰੇਜ ਕੀਤੀ ਸੀ ਔਰ ਸਕੂਲ ਦਾ ਵੀ ਵਰਸ਼ਨ ਉਹਦੇ ਵਿੱਚ ਪਾਇਆ ਸੀਗਾ, ਜਿਸ ਦੇ ਵਿੱਚ ਡਾਕਟਰ ਰਾਜਮ ਚੌਧਰੀ ਨੇ ਬਿਲਕੁਲ ਇਸ ਚੀਜ਼ ਨੂੰ ਸਵੀਕਾਰ ਕੀਤਾ ਸੀ ਕਿ ਸਾਡੇ ਸਟਾਫ ਦੀ ਗਲਤੀ ਹੈ, ਉਹਨਾਂ ਨੇ ਗਲਤੀ ਦੇ ਨਾਲ ਸ਼ਾਇਦ ਅਬਸੈਂਟ ਦੀ TC ਦੇ ਦਿੱਤੀ ਹੈ। ਉਸ ਚੀਜ਼ ਨੂੰ ਸਵੀਕਾਰਿਆ ਵੀ ਸੀ। ਉਸ ਤੋਂ ਬਾਅਦ ਦੇਖੋ ਸਕੂਲ ਪ੍ਰਸ਼ਾਸਨ ਨੇ ਮੇਰੇ ਨਾਲ ਕਿਵੇਂ ਧੱਕਾ ਕੀਤਾ। ਸਾਡੇ ਚੈਨਲ ਦੀ MD ਦੀ Facebook ID ਦੇ ਉੱਪਰ ਉਹਨਾਂ ਨੇ ਗਲਤ ਕਮੈਂਟ ਕਰਨੇ ਸ਼ੁਰੂ ਕੀਤੇ ਕਿ ਤੁਹਾਡਾ ਪੱਤਰਕਾਰ ਗਲਤ ਹੈ, ਇਸ ਤਰ੍ਹਾਂ ਆ। ਜਦੋਂ ਉਸ ਕਮੈਂਟਸ ਨੂੰ ਕਾਪੀ ਕਰਕੇ ਸਕਰੀਨਸ਼ਾਟ ਲੈ ਕੇ URL ਨੰਬਰ ਲੈ ਕੇ ਮਾਨਯੋਗ SSP ਸਾਹਿਬ ਹੋਰਾਂ ਨੂੰ ਜਦੋਂ ਅਸੀਂ ਇੱਕ ਐਪਲੀਕੇਸ਼ਨ ਦੇ ਜਰੀਏ ਉਹਨਾਂ ਨੂੰ ਦੱਸਿਆ ਕਿ ਇਹ ਗਲਤ ਕਮੈਂਟਬਾਜ਼ੀ ਕਰਦੇ ਪਏ ਨੇ, ਜੇ ਮੈਂ ਗਲਤ ਆ ਤੇ ਮੇਰੇ ਤੇ ਬਣਦੀ ਕਾਰਵਾਈ ਹੋਵੇ, ਜੇ ਉਹ ਗਲਤ ਨੇ ਤੇ ਉਹਨਾਂ ਤੇ ਕਾਰਵਾਈ ਹੋਵੇ। ਉਸ ਐਪਲੀਕੇਸ਼ਨ ਦੇ ਆਧਾਰ ਤੇ ਸਕੂਲ ਦੇ ਪ੍ਰਸ਼ਾਸਨ ਦੇ ਵਿੱਚੋਂ 8-9 ਜਣਿਆਂ ਦੇ ਉੱਪਰ IT ਐਕਟ ਦਾ ਪਰਚਾ ਬਣਦਾ ਸੀ ਔਰ SSP ਸਾਹਿਬ ਉਸ ਸਕੂਲ ਦੀ ਮੈਨੇਜਮੈਂਟ ਦੇ ਵਿੱਚ ਨਾਲ ਜੁੜੇ ਹੋਏ ਔਰ ਉਸ ਕਾਲਜ ਦੇ ਵਿੱਚ ਪੜ੍ਹੇ ਹੋਏ ਸਨ। ਕਿਤੇ ਨਾ ਕਿਤੇ ਉਹਨਾਂ ਨੂੰ ਸ਼ਾਇਦ ਇਹ ਚੀਜ਼ ਮਹਿਸੂਸ ਹੋ ਰਹੀ ਸੀ ਕਿ ਜੇ ਅਗਰ ਸਕੂਲ ਤੇ ਮਾਮਲਾ ਦਰਜ ਹੁੰਦਾ ਹੈ ਤੇ ਨਾਲ ਕਿਤੇ ਨਾ ਕਿਤੇ ਮੇਰੀ ਵੀ ਬਦਨਾਮੀ ਹੈ। ਸ਼ਾਇਦ ਉਸ ਤੋਂ ਬਾਅਦ ਮੇਰੇ ਤੇ ਝੂਠਾ ਪਰਚਾ ਕਰਨ ਦਾ ਜਿਹੜਾ ਸ਼ਰਯੰਤਰ ਉਹ ਸਟਾਰਟ ਹੋਇਆ। ਔਰ ਸਭ ਤੋਂ ਪਹਿਲੇ ਇਸ ਮਾਮਲੇ ਦੇ ਵਿੱਚ ਦੇਖੋ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਰਮੇਸ਼ ਬਹਿਲ ਨੇ ਜਿਹੜੀ ਵੀਡੀਓ ਚਲਾਈ ਹੈ ਉਸ ਵੀਡੀਓ ਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ, ਲੇਕਿਨ ਉਸ ਦੇ ਉੱਪਰ ਜਿਹੜੇ ਲੋਕੀ ਅਸ਼ਲੀਲ ਕਮੈਂਟਸ ਕਰ ਰਹੇ ਨੇ ਉਸ ਚੀਜ਼ ਤੋਂ ਸਾਨੂੰ ਇਤਰਾਜ਼ ਹੈ। ਦੇਖੋ ਸਾਡਾ ਕੰਮ ਸੀ ਸੱਚ ਸਾਹਮਣੇ ਲਿਆਉਣਾ। ਜਦੋਂ ਅਸੀਂ ਸੱਚ ਸਾਹਮਣੇ ਲਿਆਂਦਾ, ਕਮੈਂਟ ਕੀਤੇ ਲੋਕਾਂ ਨੇ ਤੇ ਲੋਕਾਂ ਦੇ ਬਣਦੀ ਕਾਰਵਾਈ ਹੋਣੀ ਵੀ ਚਾਹੀਦੀ ਸੀ ਜੇ ਕਿਸੇ ਨੇ ਗਲਤ ਕਮੈਂਟ ਕੀਤੇ ਆ। ਇਹ ਚੀਜ਼ ਸਕੂਲ ਨੇ ਵੀ ਫਸਟ ਐਪਲੀਕੇਸ਼ਨ ਦੇ ਵਿੱਚ ਕਿਹਾ, ਬਟ ਉਸ ਚੀਜ਼ ਤੋਂ ਕਲੀਅਰ ਹੁੰਦਾ ਸੀ ਕਿ ਰਮੇਸ਼ ਬਹਿਲ ਦੇ ਉੱਪਰ ਕੋਈ ਵੀ ਪਰਚਾ ਨਹੀਂ ਬਣਦਾ। ਇਸ ਕਰਕੇ ਉਹਨਾਂ ਨੇ ਝੂਠੇ ਹੋਰ ਜ਼ਿਆਦਾ ਬਿਆਨਬਾਜ਼ੀ ਕਰਕੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਨਾਲ ਮਿਲ ਕੇ ਇਹ ਬਹੁਤ ਵੱਡਾ ਇੱਕ ਸ਼ਰਯੰਤਰ ਰਚਿਆ ਗਿਆ। ਇਸ ਸ਼ਰਯੰਤਰ ਬਾਰੇ ਮੈਨੂੰ ਪਤਾ ਲੱਗ ਗਿਆ ਸੀਗਾ ਜਦੋਂ ਮੈਨੂੰ DSP D ਹੋਰਾਂ ਨੇ ਆਪਣੇ ਆਫਿਸ ਦੇ ਵਿੱਚ ਬੁਲਾਇਆ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਰਮੇਸ਼ ਬਹਿਲ ਜੀ, ਮੈਨੂੰ ਤੁਹਾਡੇ ਸਾਰੇ ਮਾਮਲੇ ਬਾਰੇ ਪਤਾ ਹੈ, ਜਿਹੜਾ ਤੁਹਾਡਾ ਸਕੂਲ ਵਾਲਾ ਮਾਮਲਾ ਚੱਲ ਰਿਹਾ ਹੈ ਉਸ ਮਾਮਲੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ, ਲੇਕਿਨ ਮਾਨਯੋਗ ਜਿਹੜੇ SSP ਸਾਹਿਬ ਨੇ ਉਹ ਬਾਰ-ਬਾਰ ਮੈਨੂੰ ਬੁਲਾ ਕੇ 2-2 ਘੰਟੇ ਦੀ ਸਿਟਿੰਗ ਕਰਕੇ ਮੈਨੂੰ ਇੱਕੋ ਚੀਜ਼ ਦਾ ਦਬਾਅ ਪਾ ਰਹੇ ਨੇ ਕਿ ਰਿਪੋਰਟ ਬਣਾ ਕੇ ਦਿਓ, ਬਹਿਲ ਤੇ ਪਰਚਾ ਕੱਟਣਾ ਹੈ। ਮੈਂ ਉਹਨਾਂ ਨੂੰ ਇੱਥੇ ਤੱਕ ਵੀ ਕਹਿ ਚੁੱਕਾ ਹਾਂ, DSP ਸਾਹਿਬ ਦਾ ਕਹਿਣਾ ਸੀਗਾ, ਮੈਂ ਉਹਨਾਂ ਨੂੰ ਇੱਥੇ ਤੱਕ ਕਹਿ ਚੁੱਕਾ ਹਾਂ ਕਿ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਬਣਦਾ।
ਅਗਰ ਜੇ ਕੋਈ ਪਰਚਾ ਬਣਦਾ ਹੈ ਉਹਨਾਂ ਦੇ ਬਣਦਾ ਹੈ ਜਿਨ੍ਹਾਂ ਨੇ ਕਮੈਂਟ ਕੀਤੇ ਆ, ਲੇਕਿਨ ਸ਼ਾਇਦ ਉਹਨਾਂ ਨੇ ਕਾਲਜ ਦੇ ਵਿੱਚ ਪੜ੍ਹੇ ਹੋਣ ਕਰਕੇ ਕਾਲਜ ਨੂੰ ਗੁਰੂ ਦਕਸ਼ਨਾ ਦੇਣੀ ਸੀ, ਔਰ ਗੁਰੂ ਦਕਸ਼ਨਾ ਦੇ ਰੂਪ ਦੇ ਵਿੱਚ ਉਹਨਾਂ ਨੇ ਮੇਰੇ ਤੇ ਝੂਠੀ FIR ਕਰਕੇ ਉਸ ਕਾਲਜ ਨੂੰ ਗੁਰੂ ਦਕਸ਼ਨਾ ਦਿੱਤੀ ਹੈ। ਇਹ ਯਾਨੀ DSP ਨੇ ਸ਼ਰੇਆਮ ਮੇਰੇ ਸਾਹਮਣੇ ਬੈਠ ਕੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਨੇ, ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੁਲਿਸ ਚਾਹੇ ਤਾਂ ਬੰਦਾ ਅੰਦਰ, ਪੁਲਿਸ ਚਾਹੇ ਤਾਂ ਬੰਦਾ ਗੈਪ ਵੀ ਹੋ ਜਾਂਦਾ ਹੈ। ਐਪਲੀਕੇਸ਼ਨ ਤੁਸੀਂ 24/12 ਨੂੰ ਦਿੱਤੀ ਸੀ ਤੇ FIR ਦਰਜ ਹੋ ਰਹੀ ਹੈ 6/1/2021 ਨੂੰ। ਸੋ ਅਸੀਂ ਗੱਲ ਕਰੀਏ ਤਾਂ ਤਕਰੀਬਨ ਅਰਾਊਂਡ ਅਬਾਊਟ 12 ਦਿਨ ਦੇ ਵਕਫੇ ਦੇ ਉੱਤੇ। ਔਰ ਇੱਕ ਚੀਜ਼ ਮੈਂ ਹੋਰ ਵੀ ਦੱਸਣਾ ਚਾਹਾਂਗਾ, ਇਸ ਐਪਲੀਕੇਸ਼ਨ ਦੇ ਵਿੱਚ ਮੈਂ ਉਹਨਾਂ ਨੂੰ ਸਾਫ਼-ਸਾਫ਼ ਲਿਖਿਆ ਸੀਗਾ ਕਿ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ ਮੈਨੂੰ ਇਨਸਾਫ ਦੀ ਕੋਈ ਵੀ ਉਮੀਦ ਨਹੀਂ ਹੈ, ਔਰ ਮੈਨੂੰ ਜਾਨ ਮਾਲ ਦਾ ਵੀ ਖਤਰਾ ਹੈ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ। ਔਰ ਜਿਹੜੀ ਕਾਰਵਾਈ ਹੈ ਸਾਰੀ ਕ੍ਰਾਈਮ ਬ੍ਰਾਂਚ ਦੇ ਮਿਨੀਮਮ IG ਰੈਂਕ ਦੇ ਆਫੀਸਰ ਤੋਂ ਕਰਵਾਈ ਜਾਵੇ। ਔਰ ਉਸ ਤੋਂ ਬਾਅਦ ਵੀ DGP ਸਾਹਿਬ ਹੋਰਾਂ ਨੇ ਜਿਹੜੀ ਇਹ ਐਪਲੀਕੇਸ਼ਨ ਮਾਰ ਕਰ ਦਿੱਤੀ IGP ਬਾਰਡਰ ਰੇਂਜ ਅੰਮ੍ਰਿਤਸਰ। ਔਰ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੈ, ਦੇਖੋ ਉਹਨਾਂ ਨੇ ਵੀ ਇਨਕੁਆਇਰੀ ਕਿਹਨਾਂ ਨੂੰ ਮਾਰ ਕੀਤੀ, SP ਬਟਾਲਾ। ਤੁਸੀਂ ਆਪ ਦੱਸੋ, ਇੱਕ SP ਬਟਾਲਾ SSP ਸਾਹਿਬ ਹੋਰਾਂ ਦੇ ਖਿਲਾਫ ਦਿੱਤੀ ਹੋਈ ਐਪਲੀਕੇਸ਼ਨ ਤੇ ਕੋਈ ਇਨਕੁਆਇਰੀ ਕਰ ਸਕਦੇ ਨੇ? ਬਿਲਕੁਲ ਜੀ, ਸਵਾਲ ਇੱਥੇ ਖੜਾ ਹੁੰਦਾ ਹੈ ਕਿ ਸੀਨੀਅਰ ਅਧਿਕਾਰੀ ਦੇ ਅਗੇਂਸਟ ਕੰਪਲੇਂਟ ਹੋਵੇ ਤਾਂ ਜੂਨੀਅਰ ਅਧਿਕਾਰੀ ਨੂੰ ਉਹਦੀ ਇਨਕੁਆਇਰੀ ਲਈ ਮਾਰ ਕਰ ਦਿੱਤਾ ਜਾਵੇ। ਸਵਾਲ ਇਹ ਹੈ ਕਿ ਕਿਆ ਜੂਨੀਅਰ ਅਧਿਕਾਰੀ ਸੀਨੀਅਰ ਅਧਿਕਾਰੀ ਦੇ ਅਗੇਂਸਟ ਜਾਂ ਉਹਦੀ ਇਨਕੁਆਇਰੀ ਕਰ ਸਕਦਾ? ਹੋਣਾ ਕੀ ਚਾਹੀਦਾ ਸੀਗਾ ਕਿ SSP ਤੋਂ ਵੱਡੇ ਅਹੁਦੇ, IG ਦੀ ਗੱਲ ਕਰੀਏ, DIG ਦੀ ਗੱਲ ਕਰੀਏ ਤੇ ਜਾਂ ਕਿਸੇ ਵੀ ਹੋਰ ਅਸੀਂ PCS ਆਫੀਸਰ ਦੀ ਗੱਲ ਕਰੀਏ ਜਾਂ DC ਸਾਹਿਬ ਦੀ ਗੱਲ ਕਰੀਏ, IAS ਅਧਿਕਾਰੀ ਕੋ ਦੀ ਇਨਕੁਆਇਰੀ ਹੋਣੀ ਚਾਹੀਦੀ ਸੀ, ਜਦ ਕਿ ਉਹਨਾਂ ਤੋਂ ਜੂਨੀਅਰ ਲੈਵਲ ਦੇ ਅਧਿਕਾਰੀ ਨੂੰ ਉਹ ਇਨਕੁਆਇਰੀ ਮਾਰਕ ਹੋਈ। ਸਵਾਲ ਇੱਥੇ ਖੜੇ ਹੁੰਦੇ ਨੇ। ਹਾਂ, ਜੇ ਅਗਰ ਜੂਨੀਅਰ ਲੈਵਲ ਦੇ ਆਫੀਸਰ ਤੋਂ ਵੀ ਅਗਰ ਕਾਰਵਾਈ ਕਰਵਾਉਣਾ ਚਾਹੁੰਦੇ ਸੀ, ਭਾਵੇਂ DSP ਤੋਂ SP ਤੋਂ ਵੀ, ਕਮ ਸੇ ਕਮ ਉਹ ਬਾਹਰੀ ਅਧਿਕਾਰੀ ਹੋਣਾ ਚਾਹੀਦਾ ਸੀ, ਜ਼ਿਲ੍ਹੇ ਦਾ ਬਾਹਰੀ ਅਧਿਕਾਰੀ। ਨੈਚੁਰਲੀ ਗੱਲ ਹੈ ਇਨਸਾਫ ਲੈਣ ਵਾਸਤੇ। ਸੋ ਬਹਿਲ ਸਾਹਿਬ, ਤੁਸੀਂ ਜਿੰਨੀਆਂ ਵੀ ਇਹ ਕੰਪਲੇਂਟਾਂ ਦਿੱਤੀਆਂ, ਤੁਹਾਨੂੰ ਜਵਾਬ DGP ਸਾਹਿਬ ਨੂੰ ਕਿਹੜੀ ਤਰੀਕ ਨੂੰ ਆਇਆ ਸੀ? ਜਵਾਬ DGP ਸਾਹਿਬ ਹੋਰਾਂ ਨੂੰ ਮੇਰੇ ਮਾਈਂਡ ਦੇ ਵਿੱਚ ਨਹੀਂ ਹੈ, ਮੇਲ ਰਾਹੀਂ ਮੈਨੂੰ ਜਵਾਬ ਆ ਗਿਆ ਸੀ ਉੱਤੇ, ਔਰ ਡੈਰੀ ਨੰਬਰ ਵੀ ਲੱਗ ਚੁੱਕਾ ਸੀਗਾ, ਔਰ ਹਜੇ ਤੱਕ ਉਸ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ FIR ਦਰਜ ਹੋਣ ਤੋਂ ਪਹਿਲਾਂ ਜਵਾਬ ਆ ਚੁੱਕਿਆ ਸੀ? ਜੀ ਬਿਲਕੁਲ ਜੀ। ਔਰ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੈ, ਜਦੋਂ 6 ਤਰੀਕ ਨੂੰ ਮੇਰੇ ਤੇ FIR ਹੋਈ, ਉਸ FIR ਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸ਼ਾਇਦ ਮੈਨੂੰ ਲੱਗ ਰਿਹਾ ਕਿ ਜਲਦਬਾਜ਼ੀ ਦੇ ਵਿੱਚ ਸੀਗਾ। ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਉਸ ਇਨਸਾਨ ਦਾ ਨਾਮ ਪਾਇਆ ਹੈ ਵਕਵੇ ਦੇ ਵਿੱਚ, ਜਿਹੜਾ ਉਹ ਇਸ ਦੁਨੀਆ ਤੇ ਹੈ ਹੀ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ ਮੀਰਾ ਕੁਮਾਰੀ, ਜਿਨ੍ਹਾਂ ਦੇ ਹਸਬੰਡ ਦੀ ਡੈਥ ਹੋ ਗਈ ਸੀ, ਜਿਸ ਕਰਕੇ ਉਹਨਾਂ ਤੋਂ ਫੀਸੀਆਂ ਨਹੀਂ ਸੀ ਦਿੱਤੀਆਂ ਜਾ ਰਹੀਆਂ, ਉਹਨਾਂ ਨੇ ਵਕਵੇ ਦੇ ਵਿੱਚ ਪਾਇਆ ਹੈ ਕਿ ਮੀਰਾ ਕੁਮਾਰੀ ਆਪਣੇ ਪਤੀ ਮੁਨੀਸ਼ ਸ਼ਰਮਾ, ਰਮੇਸ਼ ਬਹਿਲ ਅਤੇ 5-6 ਅਣਪਛਾਤੇ ਵਿਅਕਤੀਆਂ ਦੇ ਨਾਲ ਗੇਟਕੀਪਰ ਨੂੰ ਧੱਕਾ ਮਾਰ ਕੇ ਅੰਦਰ ਉਹਨੇ ਗੁੰਡਾਗਰਦੀ ਕੀਤੀ ਹੈ। ਔਰ ਮੈਂ ਦੱਸਣਾ ਚਾਹਾਂਗਾ, ਜਿਹੜਾ ਉਹਨੇ ਵਕਵੇ ਦੇ ਵਿੱਚ ਮੀਰਾ ਕੁਮਾਰੀ ਦੇ ਪਤੀ ਮੁਨੀਸ਼ ਸ਼ਰਮਾ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਪਹਿਲੇ ਹੀ ਡੈਥ ਹੋ ਚੁੱਕੀ ਸੀ, ਜਿੱਥੋਂ ਬਿਲਕੁਲ ਕਲੀਅਰ ਹੁੰਦਾ ਹੈ ਕਿ ਬਟਾਲਾ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਇਹ ਆਪਣੇ FIR ਝੂਠੇ ਹੋਣ ਦਾ ਸਿੱਧਾ ਆਪਣੀ FIR ਦੇ ਵਿੱਚ ਹੀ ਸਬੂਤ ਦਿੱਤਾ ਹੈ। ਬਿਲਕੁਲ, ਅਸੀਂ ਇਹ ਕਹਿ ਦਈਏ ਕਿ ਜਿਸ ਤਰੀਕੇ ਨਾਲ ਆਮ ਦੇਖਣ ਚ ਆਉਂਦਾ ਕਿ ਮਨਕਰਤ ਕਹਾਣੀਆਂ ਬਣਾ ਕੇ, ਮਨਕਰਤ ਜਿਹੜੀਆਂ ਨੇ ਉਹ ਕੰਪਲੇਂਟਾਂ ਬਣਾ ਕੇ FIR ਦਰਜ ਕੀਤੀਆਂ ਜਾਂਦੇ ਨੇ। ਸੋ ਜਿਹਦੇ ਵਿੱਚ ਜਿਹੜੀ ਤਕਰੀਬਨ ਅਸੀਂ ਦੇਸ਼ ਦੀ ਕੋਈ ਕਿਸੇ ਵੀ ਰਾਜ ਦੀ ਪੁਲਿਸ ਜਿਹੜੀ ਆ ਬਹੁਤ ਹੀ ਮਸ਼ਗੂਲ ਹੈ, ਬਹੁਤ ਹੀ ਅਸੀਂ ਕਹਿ ਦਈਏ ਕਿ ਪਰਪੱਕ ਹੈ। ਸੋ ਦੇਖੋ, ਜਿਸ ਬੰਦੇ ਦੀ ਡੈਥ ਹੋ ਚੁੱਕੀ ਹੈ ਉਹਦਾ ਨਾਮ ਜ਼ਿਕਰ ਕਰਨਾ ਕਿ ਇਕੱਠਾ ਹੋ ਕੇ ਇਹਨਾਂ ਨੇ ਇੱਕ ਗਰੁੱਪ ਦੇ ਵਿੱਚ ਆਣ ਕੇ ਉਹ ਘਟਨਾਕ੍ਰਮ ਨੂੰ ਅੰਜਾਮ ਦੇਣਾ। ਸੋ ਇਹ ਲਿਖ ਕੌਣ ਰਿਹਾ ਵਾ? ਕਿਤੇ ਨਾ ਕਿਤੇ SSP ਦੇ ਕਹਿਣ ਦੇ ਉੱਤੇ ਉਹ ਕਾਰਵਾਈ ਹੋ ਰਹੀ ਹੈ ਐਂਡ DSP ਸਾਹਿਬ ਇਹਦੀ FIR ਦਰਜ ਕਰਾ ਰਹੇ ਨੇ। ਸੋ ਮੀਨਸ ਇੱਕ IPS ਲੈਵਲ ਦੇ ਅਧਿਕਾਰੀ ਤੇ ਇੱਕ PPS ਲੈਵਲ ਦੇ ਅਧਿਕਾਰੀ। ਸੋ ਇੱਥੋਂ ਸਮਝ ਸਕਦੇ ਹਾਂ ਕਿ ਸਾਡੀ ਪੰਜਾਬ ਪੁਲਿਸ ਕਿੰਨੀ ਕੁ ਅਸੀਂ ਕਹਿ ਦਈਏ ਕਿ ਪਰਪੱਕ ਹੈ। ਸੋ ਗੱਲ ਇੱਥੇ ਹੈ ਕਿ ਸਵਾਲ ਖੜੇ ਹੁੰਦੇ ਨੇ ਹਮੇਸ਼ਾ ਹੀ ਪੁਲਿਸ ਦੇ ਵਿੱਚ। ਪੁਲਿਸ ਜਦੋਂ ਘੇਰੇ ਦੇ ਵਿੱਚ ਆਉਂਦੀ ਹੈ, ਸੋ ਉਹਨਾਂ ਕੋਲੋਂ ਬਹੁਤ ਊਣਤਾਈਆਂ ਹੁੰਦੀਆਂ ਨੇ, ਭਾਵੇਂ ਜਿੰਨਾ ਮਰਜ਼ੀ ਛਾਤਰ ਕੋਈ ਹੋਵੇ, ਜਿੰਨਾ ਮਰਜ਼ੀ ਸਮਾਰਟ ਹੋਵੇ, ਕਿਤੇ ਨਾ ਕਿਤੇ ਕਲੂ ਜਿਹੜਾ ਵਾ ਸੁਰਾਗ ਛੱਡਿਆ ਜਾਂਦਾ। ਸੋ ਅੱਜ ਕਿਤੇ ਨਾ ਕਿਤੇ ਉਹ ਸਿਰਫ FIR ਦੇ ਵਿੱਚ ਹੀ ਸਾਬਤ ਹੋ ਰਿਹਾ। ਸੋ ਇਸ ਵਕਤ ਬਹਿਲ ਸਾਹਿਬ, ਤੁਸੀਂ ਕਿਸ ਤਰੀਕੇ ਨਾਲ ਤੁਸੀਂ ਜ਼ਮਾਨਤ ਤੇ ਹੋ ਜਾਂ ਕਿਸ ਇਸ ਟਾਈਮ ਸਟੇਟਸ ਦੇ ਵਿੱਚ ਤੁਸੀਂ ਹੋ? ਮਾਨਯੋਗ ਮਾਨਯੋਗ ਸੈਸ਼ਨ ਕੋਰਟ ਤੋਂ ਇੱਕ ਬੇਲ ਐਪਲੀਕੇਸ਼ਨ ਲਗਾਈ ਸੀ, ਜਿਸ ਦੇ ਵਿੱਚ ਮੈਨੂੰ ਇੰਟਰਮ ਮਿਲੀ ਸੀ, ਔਰ ਇੱਕ ਹਫ਼ਤੇ ਦੇ ਬਾਅਦ ਸਾਰੇ ਐਵੀਡੈਂਸ ਮੇਰੇ ਕੋਲ ਸੀਗੇ। ਫਿਰ ਵੀ ਚਲੋ, ਯਾਨੀ ਕਿ ਮੈਨੂੰ ਉਧਰੋਂ ਜਿਹੜੀ ਮੇਰੀ ਜ਼ਮਾਨਤ ਸੀ ਉਹ ਡਿਸਮਿਸ ਹੋ ਗਈ ਸੀ। ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਆਪਣੀ ਬੇਲ ਐਪਲੀਕੇਸ਼ਨ ਲਗਾਈ, ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਮੇਰੀ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਹੈ, ਔਰ ਅਗਲੀ ਤਰੀਕ 5 ਮਈ ਪਈ ਹੈ, ਔਰ ਉਸ ਦੇ ਵਿੱਚ ਪੁਲਿਸ ਵੱਲੋਂ ਜਵਾਬ ਮੰਗਿਆ ਗਿਆ ਹੈ।
ਸੋ ਬੈਲ ਸਾਹਿਬ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਹਮੇਸ਼ਾ ਸਵਾਲ ਖੜਾ ਹੁੰਦਾ ਹੈ ਕਿ ਤੁਹਾਡੇ ਤੋਂ ਤੁਸੀਂ ਸਟਿੰਗ ਵੀ ਕੀਤੇ ਨੇ, ਜੀ। ਸੋ ਸਟਿੰਗ ਜਿਹੜੇ ਨੇ ਉਹ ਉਸ ਟਾਈਮ ਲਗਾਏ ਗਏ ਨੇ ਕੋਰਟ ਦੇ ਵਿੱਚ, ਉਹ ਤੁਸੀਂ ਐਵੀਡੈਂਸ ਜਦੋਂ ਜ਼ਮਾਨਤ ਲਈ ਹੈਗੀ ਹੈ ਜੀ? ਜਿਹੜੀਆਂ ਐਪਲੀਕੇਸ਼ਨਾਂ ਕੋਰਟ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੈ ਕਿ ਮੇਰੇ ਕੋਲ ਵੀਡੀਓ ਐਵੀਡੈਂਸ ਹੈ, ਜਿਸ ਦੇ ਵਿੱਚ ਡੀਐਸਪੀ ਸਾਹਿਬ ਸਿੱਧਾ ਕਹਿ ਰਹੇ ਨੇ ਤੇਰੇ ਤੇ ਕੋਈ ਮਾਮਲਾ ਨਹੀਂ ਬਣਦਾ, ਬਟ ਐਸਐਸਪੀ ਸਾਹਿਬ ਦਬਾਅ ਪਾ ਰਹੇ ਨੇ ਕਿ ਉਹਨਾਂ ਤੇ ਪਰਚਾ ਕਰੋ। ਔਰ ਇਹਦੇ ਵਿੱਚ ਮੈਂ ਕੁਝ ਹੋਰ ਵੀ ਚੀਜ਼ਾਂ ਦੱਸਣਾ ਚਾਹਾਂਗਾ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮਨੀਸ਼ ਸ਼ਰਮਾ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਨੇ, ਉਹਨਾਂ ਦੀ ਪਤਨੀ ਮੀਰਾ ਕੁਮਾਰੀ ਔਰ 5-6 ਅਣਪਛਾਤੇ ਵਿਅਕਤੀ, ਬਹੁਤ ਵੱਡਾ ਸਕੂਲ ਹੈ, ਸਕੂਲ ਦੇ ਵਿੱਚ 20-25-30 ਕੈਮਰੇ ਵੀ ਲੱਗੇ ਹੋਣਗੇ। ਮੈਂ ਕਹਿਣਾ ਚਾਹਾਂਗਾ ਮੇਰੀ ਇੱਕ ਸਿਰਫ ਫੋਟੋ, ਵੀਡੀਓ ਤੇ ਦੂਰ ਦੀ ਗੱਲ ਹੈ, ਇੱਕ ਫੋਟੋ ਦੱਸ ਦਿੱਤੀ ਜਾਵੇ ਕਿ ਮੇਰੇ ਨਾਲ ਕਦੀ ਵੀ 5-6-7 ਵਿਅਕਤੀ ਨੇ, ਮੈਂ ਸਾਰੀ ਜ਼ਿੰਦਗੀ ਜੇਲ੍ਹ ਦੇ ਅੰਦਰ ਭੁਗਤਣ ਨੂੰ ਤਿਆਰ ਹਾਂ। ਰਿਐਲਿਟੀ ਇਹ ਸੀਗੀ ਕਿ ਕੈਮਰੇ ਸਕੂਲ ਦੇ ਅੰਦਰ ਮੈਂ ਸਿਰਫ ਔਰ ਸਿਰਫ ਇੱਕ ਵਾਰੀ ਗਿਆ, ਉਹ ਵੀ ਜਦੋਂ ਪ੍ਰਿੰਸੀਪਲ ਹੋਰਾਂ ਦਾ ਵਰਸ਼ਨ ਲੈਣਾ ਜ਼ਰੂਰੀ ਸੀਗਾ। ਗੇਟ ਤੋਂ ਪ੍ਰਿੰਸੀਪਲ ਸਾਹਿਬ ਆਪਣੀ ਗੱਡੀ ਦੇ ਵਿੱਚ ਮੈਨੂੰ ਬਿਠਾ ਕੇ ਆਫਿਸ ਤੱਕ ਲੈ ਕੇ ਗਏ ਨੇ, ਦੈਨ ਉਹਨਾਂ ਦਾ ਵਰਸ਼ਨ ਲੈਣ ਤੋਂ ਬਾਅਦ ਮੈਂ ਵਾਪਿਸ ਆਇਆ। ਮੇਰੇ ਨਾਲ ਸਿਰਫ ਔਰ ਸਿਰਫ ਇੱਕ ਕੈਮਰਾਮੈਨ ਤੋਂ ਇਲਾਵਾ ਕੋਈ ਵੀ ਨਹੀਂ ਸੀ। ਸੋ ਇਹ ਜਿਹੜੇ ਇਲਜ਼ਾਮ ਉਹਨਾਂ ਨੇ ਲਗਾਏ ਨੇ ਸਰਾਸਰ ਝੂਠੇ ਨੇ। ਇਹ ਚੀਜ਼ ਇੱਥੇ ਹੀ ਨਹੀਂ ਖਤਮ ਹੋਈ। ਉਸ ਤੋਂ ਬਾਅਦ ਮੈਂ ਆਪਣੇ ਬ੍ਰਦਰ, ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ, ਇੱਕ ਐਪਲੀਕੇਸ਼ਨ ਮੈਂ FIR ਹੋਣ ਤੋਂ ਬਾਅਦ DGP ਸਾਹਿਬ ਹੋਰਾਂ ਨੂੰ ਹੋਰ ਦਿੱਤੀ 23/1/2021 ਨੂੰ, ਜਿਸ ਦੇ ਵਿੱਚ ਮੈਂ ਬਿਲਕੁਲ ਕਲੀਅਰ ਉਹਨਾਂ ਨੂੰ ਦੱਸਿਆ ਹੋਇਆ ਕਿ ਮੇਰੇ ਤੇ ਝੂਠੀ FIR ਦਰਜ ਕਰ ਦਿੱਤੀ ਗਈ ਹੈ। ਬਟ ਉਸ ਦਾ ਰਿਪਲਾਈ ਆਇਆ, ਉਹ ਵੀ IGP ਬਾਰਡਰ ਰੇਂਜ ਅੰਮ੍ਰਿਤਸਰ ਕੋ ਮਾਰਕ ਹੋਈ ਹੈ। ਉਸ ਤੋਂ ਬਾਅਦ ਹੀ ਮੈਨੂੰ ਇੱਕ ਵੀ ਕਾਲ ਨਹੀਂ ਆਈ, ਨਾ ਮੈਨੂੰ ਪੁੱਛਿਆ ਗਿਆ ਕਿਸੇ ਚੀਜ਼ ਬਾਰੇ। ਇਹਦੇ ਵਿੱਚ ਕੋਈ SIT ਵੀ ਜਿਹੜੀ ਬਣਾਈ ਗਈ ਹੈ DGP ਸਾਹਿਬ ਵੱਲੋਂ? ਨਹੀਂ ਜੀ, ਹਜੇ ਤੱਕ ਕੁਝ ਨਹੀਂ ਬਣਾਇਆ ਗਿਆ। ਔਰ ਇਸ ਤੋਂ ਬਾਅਦ ਇਹ ਸਾਰੇ ਮਾਮਲਾ ਜਦੋਂ ਸਾਹਮਣੇ ਲੈ ਕੇ ਆ ਰਹੇ ਹਾਂ, ਇੱਕ ਐਪਲੀਕੇਸ਼ਨ ਮੈਂ 3 ਦਿਨ ਪਹਿਲੇ ਹੋਰ ਦਿੱਤੀ ਹੈ, ਜਿਸ ਦੇ ਵਿੱਚ DGP ਸਾਹਿਬ ਹੋਰਾਂ ਨੂੰ ਮੈਂ ਇੱਕ ਚੀਜ਼ ਆਖੀ ਹੈ, ਇਨਸਾਫ ਨਾ ਮਿਲਣ ਤੇ IGP ਅੰਮ੍ਰਿਤਸਰ ਦੇ ਦਫ਼ਤਰ ਦੇ ਅੱਗੇ ਭੁੱਖ ਹੜਤਾਲ ਤੇ ਬੈਠਾਂਗਾ। ਅਗਰ 10 ਦਿਨਾਂ ਦੇ ਵਿੱਚ ਕ੍ਰਾਈਮ ਬ੍ਰਾਂਚ ਦੇ ਮਿਨੀਮਮ IG ਰੈਂਕ ਦੇ ਕਿਸੇ ਅਧਿਕਾਰੀ ਤੋਂ ਇਸ ਮਾਮਲੇ ਦੀ ਜਾਂਚ ਨਹੀਂ ਕਰਵਾਈ ਜਾਂਦੀ ਤਾਂ ਠੀਕ 10 ਦਿਨ ਬਾਅਦ IGP ਬਾਰਡਰ ਰੇਂਜ ਅੰਮ੍ਰਿਤਸਰ ਦੇ ਬਾਹਰ ਮੈਂ ਭੁੱਖ ਹੜਤਾਲ ਤੇ ਬੈਠਾਂਗਾ। ਔਰ ਇਹ ਭੁੱਖ ਹੜਤਾਲ ਉਦੋਂ ਤੱਕ ਚੱਲੇਗੀ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ। ਆਈਓ ਦਾ ਕੀ ਕਹਿਣਾ ਸੀ ਕਿ ਬੈਲ ਸਾਹਿਬ ਜਲਦੀ ਤੁਸੀਂ ਸੀਡੀਆਂ ਦੇ ਦਿਓ, ਰਿਪੋਰਟ ਬਣਾ ਕੇ ਭੇਜਣੀ ਹੈ, ਨਹੀਂ ਤੇ ਫਿਰ ਤੁਹਾਡੀਆਂ ਚੀਕਾਂ ਨਿਕਲ ਜਾਣਗੀਆਂ। ਮੇਰੇ ਕਹਿਣ ਦਾ ਮਤਲਬ ਇੱਕ ਆਈਓ ਆਫੀਸਰ ਮਾਨਯੋਗ ਹਾਈ ਕੋਰਟ ਦੇ ਵੱਲੋਂ गिरफ्तारी ਤੇ ਰੋਕ ਲੱਗਣ ਤੋਂ ਬਾਅਦ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਮੇਰੀ ਚੀਕਾਂ ਕਢਵਾਣਗੇ। ਜਦੋਂ ਇਸ ਮਾਮਲੇ ਬਾਰੇ ਮੈਂ ਆਪਣੇ ਸੀਨੀਅਰ ਦੇ ਨਾਲ ਰਵੀ ਰੰਧਾਵਾ ਹੋਰਾਂ ਨਾਲ ਮੈਂ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ, ਤਾਂ ਮੈਂ ਔਰ ਰਵੀ ਰੰਧਾਵਾ ਚੌਂਕੀ ਦੇ ਵਿੱਚ ਗਏ। ਚੌਂਕੀ ਦੇ ਵਿੱਚ ਜਾ ਕੇ ਜਦੋਂ ਅਸੀਂ ਦੇਖਿਆ ਆਈਓ ਹੈ ਨਹੀਂ ਸੀ। ਅੰਮ੍ਰਿਤਪਾਲ ਸਿੰਘ ਰੰਧਾਵਾ ਜੋ ਇਸ ਕੇਸ ਦੇ ਆਈਓ ਨੇ, ਉਹਨਾਂ ਦੇ ਨਾਲ ਜਦੋਂ ਮੇਰੇ ਸੀਨੀਅਰ ਅਧਿਕਾਰੀ ਦੀ ਗੱਲ ਹੋਈ ਫੋਨ ਤੇ, ਤਾਂ ਉਹਨਾਂ ਦਾ ਕੀ ਕਹਿਣਾ ਸੀਗਾ, ਸਵੇਰੇ 10 ਵਜੇ ਆ ਜਿਓ ਕਿ ਤੁਸੀਂ ਜਿਹੜੀ ਲਾਸਟ ਟਾਈਮ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਤੁਸੀਂ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ। ਜਦ ਕਿ 3 ਦਿਨ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਉਦੋਂ ਜਦੋਂ ਮੇਰੀ ਇੰਟਰਨ ਹੋਈ ਸੀ, 3 ਦਿਨ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਕੇ ਆਇਆ ਸੀ। ਜਦੋਂ ਇਸ ਮਾਮਲੇ ਤੇ ਉਹਨਾਂ ਨੇ ਮੇਰੇ ਸੀਨੀਅਰ ਨੂੰ ਧਮਕਾਇਆ ਕਿ ਤੁਸੀਂ ਜ਼ਿਆਦਾ ਨਾ ਬੋਲੋ, ਤੁਹਾਡਾ ਵੀ ਨਾਮ ਕਿਤੇ ਨਾ ਕਿਤੇ ਵਕੂਏ ਦੇ ਵਿੱਚ ਆ ਰਿਹਾ ਹੈ ਔਰ ਆਈਓ ਦੇ ਹੱਥ 'ਚ ਇੰਨੀ ਪਾਵਰ ਹੁੰਦੀ ਹੈ, ਉਹ ਕੁਝ ਵੀ ਕਰ ਸਕਦਾ ਹੈ, ਮੈਂ ਤੁਹਾਡਾ ਵੀ ਨਾਮ ਵਿੱਚ ਪਾ ਦਿਆਂਗਾ। ਉਸੇ ਦਿਨ ਰਾਤ ਨੂੰ ਮੇਰੇ ਸੀਨੀਅਰ ਦਾ ਨਾਮ ਵਿੱਚ ਪਾ ਕੇ ਇਨਲੀਗਲ ਤਰੀਕੇ ਦੇ ਨਾਲ ਮੇਰੇ ਸੀਨੀਅਰ ਦੇ ਘਰ ਰਵੀ ਰੰਧਾਵਾ ਜੋ ਕਿ ਫਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਖਜ਼ਾਨੇ ਕੋਟ ਦੇ ਰਹਿਣ ਵਾਲੇ ਨੇ, ਰਾਤੀ 10:30 ਵਜੇ ਇਨਲੀਗਲ ਤਰੀਕੇ ਦੇ ਨਾਲ ਆਈਓ ਵੱਲੋਂ 3 ਗੱਡੀਆਂ ਦੇ ਵਿੱਚ 20 ਤੋਂ 25 ਪੁਲਿਸ ਮੁਲਾਜ਼ਮ ਲੈ ਕੇ ਉਹਨਾਂ ਦੇ ਘਰ ਰੇਡ ਕੀਤੀ ਗਈ। ਔਰ ਸਭ ਤੋਂ ਵੱਡੀ ਚੀਜ਼, ਉਹਦੀ ਰੇਡ ਦੇ ਵਿੱਚ ਕੋਈ ਵੀ ਮਹਿਲਾ ਅਧਿਕਾਰੀ ਨਹੀਂ ਸੀ। ਔਰ ਦਰਵਾਜ਼ੇ ਦਾ ਲੋਕ ਤੋੜਨ ਤੋਂ ਬਾਅਦ ਜਦੋਂ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਗਿਆ, 3 ਮੋਬਾਈਲ ਫੋਨ, ਕੁਝ ID ਕਾਰਡ, ਆਧਾਰ ਕਾਰਡ ਔਰ ਚੈਨਲ ਦੀ ID ਵੀ ਜਬਰਨ ਨਾਲ ਲੈ ਕੇ ਗਏ। ਔਰ ਉੱਥੇ ਜਾ ਕੇ ਸੀਨੀਅਰ ਦੇ ਮਦਰ ਨੂੰ ਵੀ ਇਹ ਵੀ ਧਮਕਾਇਆ ਗਿਆ ਕਿ ਅਸੀਂ ਚਿੱਟੇ ਦਾ ਪਰਚਾ ਪਾ ਦੇਵਾਂਗੇ, ਅਸੀਂ ਕੱਟੇ ਦਾ ਪਰਚਾ ਪਾ ਦੇਵਾਂਗੇ। ਸੋ ਕਿਆ ਇਹੀ ਕਾਨੂੰਨ ਹੈ? ਸੋ ਬਿਲਕੁਲ ਬਹਿਲ ਸਾਹਿਬ ਦੇ ਜਿਹੜੇ ਸਵਾਲ ਖੜੇ ਕੀਤੇ ਨੇ ਵੀ ਕਾਨੂੰਨ ਇਨਸਾਫ ਕਦੋਂ ਤੇ ਕਿੱਥੇ ਮਿਲੇਗਾ, ਸੋ ਕਿਹਦੇ ਕੋਲ ਮਿਲੇਗਾ, क्या इंसाफ हमेशा अखां ते पट्टी बन के रखेगा? सो वड्डे सवाल खड़े किए गए ने इस टाइम पंजाब पुलिस दे वल्लों कीतियां गईयां कार्रवाइयां दे उत्ते। सो जुड़े रहो नेशन पोस्ट नाल।